सत श्री अकाल। ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਵੇਕ ਸ਼ਰਮਾ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਅਲਬਾਨੀਜ਼ ਸਰਕਾਰ ਨੇ ਨੌਜਵਾਨ ਵਪਾਰੀਆਂ ਲਈ ਕੀਤਾ ਵੱਡਾ ਐਲਾਨ। ਨੌਜਵਾਨਾਂ ਨੂੰ ਕੀ ਅਪ੍ਰੈਂਟਿਸ ਪ੍ਰੋਗਰਾਮ ਤਹਿਤ ਦਿੱਤੇ ਜਾਣਗੇ $10,000 ਬੋਨਸ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਸਵੱਛ ਊਰਜਾ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਵਧਾਉਣ ਲਈ ਦੇਸ਼ ਦੇ ਗ੍ਰੀਨ ਬੈਂਕ ਲਈ ਵਾਧੂ ਫੰਡ ਦਾ ਕੀਤਾ ਐਲਾਨ। ਕਲੀਨ ਐਨਰਜੀ ਫਾਈਨਾਂਸ ਕਾਰਪੋਰੇਸ਼ਨ ਨੂੰ ਵਾਧੂ $2 ਬਿਲੀਅਨ ਦੇਣ ਦਾ ਨਿਰਦੇਸ਼। ਆਸਟ੍ਰੇਲੀਆ ਦੇ ਪੂਰਬੀ ਕੰਢੇ ਤੇ ਵੀਰਵਾਰ ਸਵੇਰੇ ਤੇਜ਼ ਤੂਫਾਨ ਨੇ ਦਿੱਤੀ ਦਸਤਕ। 25,000 ਤੋਂ ਵੱਧ ਘਰਾਂ ਅਤੇ ਦਫ਼ਤਰਾਂ ਵਿੱਚ ਕਈ ਘੰਟਿਆਂ ਤੱਕ ਬਿਜਲੀ ਸਪਲਾਈ ਰਹੀ ਠੱਪ। ਸੜਕੀ ਆਵਾਜਾਈ ਵੀ ਹੋਇਆ ਪ੍ਰਭਾਵਿਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਨੌਜਵਾਨ ਵਪਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਨੌਜਵਾਨਾਂ ਨੂੰ ਕੀ ਅਪ੍ਰੈਂਟਿਸ ਪ੍ਰੋਗਰਾਮ ਤਹਿਤ $10,000 ਬੋਨਸ ਦਿੱਤੇ ਜਾਣਗੇ। ਇਸ ਲਈ ਨੌਜਵਾਨਾਂ ਨੂੰ ਕੁਝ ਆਸਾਨ ਸ਼ਰਤਾਂ ਤੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਇਸ ਪ੍ਰੋਗਰਾਮ ਤਹਿਤ ਰਾਜ ਮਿਸਤਰੀ, ਇਲੈਕਟ੍ਰੀਸ਼ੀਅਨ, ਪਲੰਬਰ, ਤਰਖਾਨ ਆਦਿ ਕਿੱਤੇ ਨਾਲ ਜੁੜੇ ਨੌਜਵਾਨ ਸ਼ਾਮਲ ਕੀਤੇ ਗਏ ਨੇ। ਆਸਟ੍ਰੇਲੀਆ ਵਿੱਚ ਨੌਜਵਾਨ ਵਪਾਰੀਆਂ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੱਡਾ ਐਲਾਨ ਕੀਤਾ ਹੈ। ਨੌਜਵਾਨਾਂ ਨੂੰ ਬਿਲਡਿੰਗ ਇੰਡਸਟਰੀ ਨਾਲ ਜੋੜਨ ਲਈ ਵਿਸ਼ੇਸ਼ ਯੋਜਨਾ ਦੀ ਘੋਸ਼ਣਾ ਕਰਦਿਆਂ ਅਲਬਾਨੀਜ਼ ਨੇ ਅਪ੍ਰੈਂਟਿਸ ਪ੍ਰੋਗਰਾਮ ਤਹਿਤ $10,000 ਬੋਨਸ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਮੁੜ ਤੋਂ ਬਣਦੀ ਹੈ ਤਾਂ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਰੁਜ਼ਗਾਰਦਾਤਾਵਾਂ ਨੂੰ ਨੌਕਰੀ ਦੇਣ ਅਤੇ ਨੌਜਵਾਨ ਆਸਟ੍ਰੇਲੀਅਨਾਂ ਨੂੰ ਬਿਲਡਿੰਗ ਉਦਯੋਗ ਵਿੱਚ ਵਪਾਰ ਚੁਣਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜੇਕਰ ਕੋਈ ਨੌਜਵਾਨ ਵਪਾਰੀ ਅਪ੍ਰੈਂਟਿਸ ਪ੍ਰੋਗਰਾਮ ਤਹਿਤ ਬਿਲਡਿੰਗ ਉਦਯੋਗ ਵਿੱਚ ਨੌਕਰੀ ਕਰਨ ਲਈ ਚੁਣਿਆ ਜਾਂਦਾ ਹੈ ਤਾਂ ਨਿਯਮ ਤੇ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ $10,000 ਬੋਨਸ ਦਾ ਭੁਗਤਾਨ ਕੀਤਾ ਜਾਵੇਗਾ। ਹਾਲਾਂਕਿ ਇਹ ਨੌਜਵਾਨਾਂ ਦੇ ਅਪ੍ਰੈਂਟਿਸਸ਼ਿਪ ਨਾਲ ਜੁੜੇ ਰਹਿਣ ਤੇ ਨਿਰਭਰ ਕਰੇਗਾ। ਨਵੇਂ ਕੀ ਅਪ੍ਰੈਂਟਿਸ ਪ੍ਰੋਗਰਾਮ ਤਹਿਤ ਰਾਜ ਮਿਸਤਰੀ, ਇਲੈਕਟ੍ਰੀਸ਼ੀਅਨ, ਪਲੰਬਰ, ਤਰਖਾਨ ਆਦਿ ਕਿੱਤੇ ਨਾਲ ਜੁੜੇ ਨੌਜਵਾਨ $10,000 ਤੱਕ ਦੇ ਭੁਗਤਾਨ ਲਈ ਯੋਗ ਹੋਣਗੇ। ਇਸ ਰਾਸ਼ੀ ਨੂੰ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ ਤਾਂ ਜੋ ਸਿੱਖਿਆਰਥੀਆਂ ਦੀ ਸਕੂਲ ਛੱਡਣ ਦੀ ਦਰ ਨੂੰ ਹੱਲ ਕੀਤਾ ਜਾ ਸਕੇ ਅਤੇ ਅੰਤਿਮ ਭੁਗਤਾਨ ਯੋਜਨਾ ਦੀਆਂ ਸ਼ਰਤਾਂ ਪੂਰੀਆਂ ਕਰਨ ਤੇ ਨਿਰਭਰ ਕਰੇਗਾ। ਇਸ ਬਾਰੇ ਪੀਐਮ ਅਲਬਾਨੀਜ਼ ਲੋਕਾਂ ਨੂੰ ਦੱਸਣਗੇ ਕਿ ਆਸਟ੍ਰੇਲੀਆ ਦਾ ਭਵਿੱਖ ਬਣਾਉਣ ਲਈ ਆਸਟ੍ਰੇਲੀਆਈ ਲੋਕਾਂ ਨੂੰ ਸਿਖਲਾਈ ਦੇਣਾ ਕਿਉਂ ਅਹਿਮ ਹੈ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਫ੍ਰੀ ਟੈਕਨੀਕਲ ਐਂਡ ਫਰਦਰ ਐਜੂਕੇਸ਼ਨ ਭਾਵ ਟੈਫੇ ਨੇ ਸੈਂਕੜੇ ਹਜ਼ਾਰਾਂ ਆਸਟ੍ਰੇਲੀਅਨਾਂ ਨੂੰ ਹੁਨਰ ਸਿੱਖਣ ਦਾ ਮੌਕਾ ਦਿੱਤਾ ਹੈ। ਇਸ ਨਾਲ ਬਿਨਾਂ ਕਿਸੇ ਕੋਰਸ ਫੀਸ ਦਾ ਭੁਗਤਾਨ ਕੀਤੇ ਉਹਨਾਂ ਨੇ ਆਪੋ ਆਪਣੇ ਚੁਣੇ ਖੇਤਰ ਵਿੱਚ ਮੁਹਾਰਤ ਹਾਸਲ ਕੀਤੀ ਹੈ। ਹੁਣ ਉਹ ਆਪਣੇ ਕੈਰੀਅਰ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ। ਅਸੀਂ ਵਪਾਰੀਆਂ ਦੀ ਅਗਲੀ ਪੀੜ੍ਹੀ ਨੂੰ ਪਛਾਣਦੇ ਹਾਂ। ਇਸ ਵੇਲੇ ਇੱਕ ਪਹਿਲੇ ਸਾਲ ਦੇ ਤਰਖਾਨ ਦਾ ਅਪ੍ਰੈਂਟਿਸ ਘੱਟੋ-ਘੱਟ ਉਜਰਤ ਦਾ 2/3 ਹਿੱਸਾ ਕਮਾਉਂਦਾ ਹੈ। ਕੁਝ ਅਪ੍ਰੈਂਟਿਸ ਇਸ ਤੋਂ ਵੀ ਘੱਟ ਕਮਾਉਂਦੇ ਨੇ। ਇਹ ਉਦੋਂ ਹੁੰਦਾ ਹੈ ਜਦੋਂ ਇਹ ਔਜ਼ਾਰਾਂ, ਸੁਰੱਖਿਆ ਗੇਅਰਾਂ, ਕੱਪੜੇ ਅਤੇ ਜੁੱਤੀਆਂ ਨੂੰ ਧਿਆਨ ਵਿੱਚ ਨਹੀਂ ਰੱਖਦੇ। ਜਿਵੇਂ ਕਿ ਬਹੁਤ ਸਾਰੇ ਸਿੱਖਿਆਰਥੀਆਂ ਨੇ ਕਿਹਾ ਕਿ ਉਹ ਆਪਣੇ ਸਥਾਨਕ ਸੁਪਰਮਾਰਕੀਟ ਵਿੱਚ ਸ਼ੈਲਫਾਂ ਨੂੰ ਸਟਾਕ ਕਰਕੇ ਬਹੁਤ ਜ਼ਿਆਦਾ ਕਮਾਈ ਕਰ ਸਕਦੇ ਨੇ ਕਿਉਂਕਿ ਉਹ ਉੱਥੇ ਰਹਿਣ ਦੀ ਸਮਰੱਥਾ ਨਹੀਂ ਰੱਖਦੇ। ਇਸ ਲਈ ਅਸੀਂ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਜਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਹ ਭੁਗਤਾਨ 2003 ਤੋਂ ਬਾਅਦ ਪਹਿਲੀ ਵਾਰ ਵਧਾਇਆ ਗਿਆ ਹੈ। ਇਸ ਅਧੀਨ ਰਿਹਾਇਸ਼ੀ ਉਸਾਰੀ ਲਈ ਜ਼ਰੂਰੀ ਕਿੱਤਿਆਂ ਵਿੱਚ ਸ਼ਾਮਲ ਜਿਵੇਂ ਕਿ ਇੱਟਾਂ ਬਣਾਉਣ ਵਾਲੇ, ਇਲੈਕਟ੍ਰੀਸ਼ੀਅਨ, ਪਲੰਬਰ, ਤਰਖਾਨ ਆਦਿ ਨਵੇਂ ਕੀ ਅਪ੍ਰੈਂਟਿਸ ਪ੍ਰੋਗਰਾਮ ਦੁਆਰਾ ਯੋਗ ਸਿੱਖਿਆਰਥੀਆਂ ਨੂੰ $10,000 ਤੱਕ ਪ੍ਰਦਾਨ ਕੀਤਾ ਜਾਵੇਗਾ। ਫੈਡਰਲ ਚੋਣਾਂ ਤੋਂ ਪਹਿਲਾਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅੱਜ ਵੱਡਾ ਐਲਾਨ ਕੀਤਾ ਹੈ। ਅਲਬਾਨੀਜ਼ ਨੇ ਸਵੱਛ ਊਰਜਾ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਵਧਾਉਣ ਲਈ ਦੇਸ਼ ਦੇ ਗ੍ਰੀਨ ਬੈਂਕ ਲਈ ਵਾਧੂ ਫੰਡ ਦੇਣ ਦਾ ਐਲਾਨ ਕੀਤਾ ਹੈ। ਸੰਘੀ ਸਰਕਾਰ ਨੇ ਕਲੀਨ ਐਨਰਜੀ ਫਾਈਨਾਂਸ ਕਾਰਪੋਰੇਸ਼ਨ ਨੂੰ ਵਾਧੂ $2 ਬਿਲੀਅਨ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਨਾਲ ਨਿੱਜੀ ਖੇਤਰ ਦੇ ਨਿਵੇਸ਼ ਵਿੱਚ ਵਾਧੇ ਦੇ ਮੌਕੇ ਬਣਨਗੇ। ਫੈਡਰਲ ਚੋਣਾਂ ਤੋਂ ਪਹਿਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੱਡੇ ਕਦਮ ਚੁੱਕ ਰਹੇ ਨੇ। ਇਸ ਕੜੀ ਤਹਿਤ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਸਵੱਛ ਊਰਜਾ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਵਧਾਉਣ ਲਈ ਦੇਸ਼ ਦੇ ਗ੍ਰੀਨ ਬੈਂਕ ਲਈ ਵਾਧੂ ਫੰਡ ਦਾ ਐਲਾਨ ਕੀਤਾ ਹੈ। ਅਲਬਾਨੀਜ਼ ਅਤੇ ਜਲਵਾਯੂ ਪਰਿਵਰਤਨ ਅਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਵੀਰਵਾਰ ਨੂੰ ਕਿਹਾ ਕਿ ਸੰਘੀ ਸਰਕਾਰ ਨੇ ਕਲੀਨ ਐਨਰਜੀ ਫਾਈਨਾਂਸ ਕਾਰਪੋਰੇਸ਼ਨ ਨੂੰ ਵਾਧੂ $2 ਬਿਲੀਅਨ ਦੇਣ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਵਾਧੂ ਨਿਵੇਸ਼ ਨਾਲ ਡੀਕਾਰਬੋਨਾਈਜੇਸ਼ਨ ਪ੍ਰੋਜੈਕਟਾਂ ਵਿੱਚ ਨਿੱਜੀ ਖੇਤਰ ਦੇ ਨਿਵੇਸ਼ ਦੇ ਅੰਦਾਜ਼ਨ $6 ਅਰਬ ਦਾ ਲਾਭ ਹੋਵੇਗਾ, ਜਿਸ ਨਾਲ ਨੌਕਰੀਆਂ, ਆਰਥਿਕ ਵਿਕਾਸ ਅਤੇ ਊਰਜਾ ਸੁਰੱਖਿਆ ਨੂੰ ਹੁਲਾਰਾ ਮਿਲੇਗਾ। ਅਲਬਾਨੀਜ਼ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਦਾ ਭਵਿੱਖ ਬਣਾ ਰਹੇ ਹਾਂ, ਆਸਟ੍ਰੇਲੀਆ ਨੂੰ ਪਿੱਛੇ ਵੱਲ ਨਹੀਂ ਲੈ ਜਾ ਰਹੇ। ਅਲਬਾਨੀਜ਼ ਦਾ ਐਲਾਨ ਅਜਿਹੇ ਸਮੇਂ ਆਇਆ ਜਦੋਂ ਵਿਰੋਧੀ ਧਿਰ ਵੱਖ-ਵੱਖ ਮੁੱਦਿਆਂ ਤੇ ਸਰਕਾਰ ਦੀ ਨੁਕਤਾਚੀਨੀ ਕਰ ਰਹੇ ਨੇ। ਅਜਿਹੇ ਵਿੱਚ ਅਲਬਾਨੀਜ਼ ਵੱਲੋਂ ਗ੍ਰੀਨ ਤੇ ਸਵੱਛ ਊਰਜਾ ਪ੍ਰੋਜੈਕਟਾਂ ਲਈ ਵੱਡਾ ਐਲਾਨ ਕਰਕੇ ਸ਼ਾਇਦ ਵਿਰੋਧੀਆਂ ਨੂੰ ਵੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਜੇ ਪਾਸੇ ਇਸ ਨਾਲ ਰੋਜ਼ਗਾਰ ਦੇ ਮੌਕੇ ਵਧਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਆਸਟ੍ਰੇਲੀਆ ਦੇ ਪੂਰਬੀ ਕੰਢੇ ਤੇ ਵੀਰਵਾਰ ਸਵੇਰੇ ਤੇਜ਼ ਤੂਫਾਨ ਨੇ ਦਸਤਕ ਦਿੱਤੀ। ਇਸ ਕਾਰਨ 25,000 ਤੋਂ ਵੱਧ ਘਰਾਂ ਅਤੇ ਦਫ਼ਤਰਾਂ ਵਿੱਚ ਕਈ ਘੰਟਿਆਂ ਤੱਕ ਬਿਜਲੀ ਠੱਪ ਰਹੀ। ਤੂਫਾਨ ਕਾਰਨ ਕਈ ਥਾਵਾਂ ਤੇ ਰੁੱਖ ਡਿੱਗ ਗਏ, ਜਿਸ ਕਾਰਨ ਸੜਕੀ ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਇਆ।
ਆਸਟ੍ਰੇਲੀਆ ਦੇ ਪੂਰਬੀ ਕੰਢੇ ਤੇ ਵੀਰਵਾਰ ਸਵੇਰੇ ਤੇਜ਼ ਤੂਫਾਨ ਨੇ ਦਸਤਕ ਦਿੱਤੀ। ਤੂਫਾਨ ਕਾਰਨ ਕਈ ਥਾਵਾਂ ਤੇ ਵੱਡੇ ਦਰਖਤ ਡਿੱਗ ਗਏ, ਜਿਸ ਕਾਰਨ ਕੁਝ ਇਮਾਰਤਾਂ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਰੁੱਖਾਂ ਦੇ ਡਿੱਗਣ ਕਾਰਨ ਪ੍ਰਮੁੱਖ ਸੜਕਾਂ ਤੇ ਆਵਾਜਾਈ ਬਾਧਿਤ ਹੋਈ। ਇਸ ਤੂਫਾਨ ਦੇ ਚੱਲਦਿਆਂ ਨਿਊ ਸਾਊਥ ਵੇਲਜ਼ ਦੇ ਹਜ਼ਾਰਾਂ ਲੋਕ ਬਿਨਾਂ ਬਿਜਲੀ ਤੋਂ ਰਹਿਣ ਲਈ ਮਜਬੂਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ 25,000 ਤੋਂ ਵੱਧ ਘਰ ਅਤੇ ਕਾਰੋਬਾਰ ਕਈ ਘੰਟਿਆਂ ਤੱਕ ਬਿਜਲੀ ਤੋਂ ਵਾਂਝੇ ਰਹੇ। ਇੱਕ ਰਿਪੋਰਟ ਮੁਤਾਬਕ ਤੂਫਾਨ ਨੇ ਵੀਰਵਾਰ ਤੜਕਸਾਰ ਨਿਊ ਸਾਊਥ ਵੇਲਜ਼ ਰਾਜ ਦੀ ਰਾਜਧਾਨੀ ਸਿਡਨੀ ਤੋਂ ਲਗਭਗ 500 ਕਿਲੋਮੀਟਰ ਉੱਤਰ ਵਿੱਚ ਪੂਰਬੀ ਤੱਟ ਤੇ ਸ਼ਹਿਰ ਗ੍ਰਾਫਟਨ ਵਿੱਚ ਦਸਤਕ ਦਿੱਤੀ ਅਤੇ ਫਿਰ ਉੱਤਰ ਵੱਲ ਕੁਈਨਜ਼ਲੈਂਡ ਵੱਲ ਚਲਾ ਗਿਆ, ਜਿਸ ਨਾਲ ਤੇਜ਼ ਮੀਂਹ ਪਿਆ ਅਤੇ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਗਤੀ ਨਾਲ ਹਵਾਵਾਂ ਚੱਲੀਆਂ। ਤੂਫਾਨ ਨੇ ਵਿਆਪਕ ਨੁਕਸਾਨ ਪਹੁੰਚਾਇਆ, ਜਿਸ ਨਾਲ ਦਰਜਨਾਂ ਪੁਰਾਣੇ ਦਰਖਤ ਡਿੱਗੇ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਸਟੇਟ ਐਮਰਜੈਂਸੀ ਸੇਵਾ ਨੇ ਕਿਹਾ ਕਿ ਮਦਦ ਲਈ ਉਨ੍ਹਾਂ ਨੂੰ 100 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਨੇ। ਬਲੈਕਆਊਟ ਤੋਂ ਪ੍ਰਭਾਵਿਤ ਜਾਇਦਾਦਾਂ ਨੂੰ ਬਿਜਲੀ ਬਹਾਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਰਾਜ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਤੂਫਾਨ ਸਵੇਰੇ ਵੇਲੇ ਉੱਤਰ ਵੱਲ ਵਧਿਆ ਅਤੇ ਇਸ ਨੇ ਬਾਇਰਨ ਬੇ, ਕੈਬਰੀਟਾ ਅਤੇ ਟਵੀਡ ਹੈਂਡ ਸਮੇਤ ਕਈ ਕਸਬਿਆਂ ਵਿੱਚ ਨੁਕਸਾਨ ਪਹੁੰਚਾਇਆ। ਸੁਪਰੀਡੈਂਟ ਸਕਾਟ ਮੈਕਨੈਨਨ ਨੇ ਕਿਹਾ ਕਿ 140 ਤੋਂ ਵੱਧ ਕਾਲਾਂ ਘਰ ਦੇ ਮਾਲਕਾਂ ਤੋਂ ਆਈਆਂ, ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਸੀ। ਇਹ ਗਿਣਤੀ ਲਗਾਤਾਰ ਵਧਦੀ ਗਈ ਅਤੇ ਇਹ ਹਵਾ ਸਮੁੰਦਰੀ ਕਿਨਾਰੇ ਤੋਂ ਹੋਰ ਅੱਗੇ ਵਧਣੀ ਸ਼ੁਰੂ ਹੋ ਗਈ। ਕੁਝ ਇਲਾਕਿਆਂ ਵਿੱਚ ਹੜ੍ਹ ਵਾਲੀ ਸਥਿਤੀ ਬਣ ਗਈ। ਅਧਿਕਾਰੀਆਂ ਅਨੁਸਾਰ ਵੀਰਵਾਰ ਸਵੇਰ ਦੇ ਤੂਫਾਨ ਨੇ ਭਾਰੀ ਮੀਂਹ ਲਿਆਂਦਾ। ਐਲਸਟਨ ਵਿਲੇ ਵਿੱਚ 53 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਅਤੇ ਲਿਸਮੋਰ, ਈਸਟ ਲਿਸਮੋਰ ਅਤੇ ਜਿਗੀ ਵਿੱਚ ਛੋਟੇ ਗੜੇ ਪਏ ਨੇ। ਸ਼ੁੱਕਰਵਾਰ ਨੂੰ ਇਸ ਖੇਤਰ ਵਿੱਚ ਤਾਪਮਾਨ 36 ਤੋਂ 38 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ 90 ਕਿਲੋਮੀਟਰ ਪ੍ਰਤੀ ਘੰਟਾ ਤੋਂ ਤੇਜ਼ ਦੀਆਂ ਹਵਾਵਾਂ ਚੱਲਣ ਅਤੇ ਗੜੇ ਪੈਣ ਦਾ ਖਦਸ਼ਾ ਜਤਾਇਆ ਗਿਆ। ਭਿਆਨਕ ਤੂਫਾਨਾਂ ਤੋਂ ਬਾਅਦ ਆਸਟ੍ਰੇਲੀਆ ਦੇ ਕੁਝ ਸੂਬਿਆਂ ਵਿੱਚ ਇਨੇ ਦਿਨੀ ਗਰਮੀ ਜ਼ੋਰ ਵਿਖਾ ਰਹੀ ਹੈ। ਕਈ ਥਾਵਾਂ ਤੇ ਤਾਪਮਾਨ 45 ਡਿਗਰੀ ਤੋਂ ਪਾਰ ਜਾ ਚੁੱਕਾ ਹੈ। ਉਧਰ ਕੁਈਨਜ਼ਲੈਂਡ ਸੂਬੇ ਦੀ ਸਰਕਾਰ ਨੇ ਪਾਵਰ ਕੱਟਾਂ ਤੋਂ ਬਚਣ ਲਈ ਲੋਕਾਂ ਨੂੰ ਬਿਜਲੀ ਦੀ ਬਚਤ ਕਰਨ ਲਈ ਐਡਵਾਈਜ਼ਰੀ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕੁਈਨਜ਼ਲੈਂਡ ਨੂੰ ਬਲੈਕਆਊਟ ਤੋਂ ਬਚਾਉਣ ਲਈ ਹਰ ਤਰੀਕੇ ਨਾਲ ਬਿਜਲੀ ਦੀ ਬਚਤ ਕੀਤੀ ਜਾਵੇ, ਨਹੀਂ ਤਾਂ ਲੰਬੇ ਪਾਵਰ ਕੱਟ ਲਈ ਲੋਕੀ ਤਿਆਰ ਰਹਿਣ। ਆਸਟ੍ਰੇਲੀਆ ਵਿੱਚ ਇੱਕ ਪਾਸੇ ਤੂਫਾਨ ਆ ਰਹੇ ਨੇ ਤਾਂ ਦੂਜੇ ਪਾਸੇ ਆਸਟ੍ਰੇਲੀਆ ਦੇ ਕੁਝ ਇਲਾਕੇ ਇਨੇ ਦਿਨੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਨੇ। ਇੱਕ ਤੋਂ ਬਾਅਦ ਇੱਕ ਲਗਾਤਾਰ ਆਏ ਤੂਫਾਨਾਂ ਤੋਂ ਬਾਅਦ ਹੁਣ ਵੱਧਦਾ ਤਾਪਮਾਨ ਲੋਕਾਂ ਲਈ ਮੁਸੀਬਤ ਦਾ ਸਬਬ ਬਣ ਚੁੱਕਾ ਹੈ। ਇਸੇ ਦੇ ਚੱਲਦਿਆਂ ਵੱਡੀ ਗਿਣਤੀ ਲੋਕ ਸਮੁੰਦਰੀ ਕੰਢਿਆਂ ਦਾ ਰੁਖ ਕਰ ਰਹੇ ਨੇ। ਆਮ ਦਿਨਾਂ ਨਾਲੋਂ ਜ਼ਿਆਦਾ ਭੀੜ ਵੱਖ-ਵੱਖ ਬੀਚ ਤੇ ਵੇਖਣ ਨੂੰ ਮਿਲ ਰਹੀ ਹੈ। ਲਗਾਤਾਰ ਵੱਧਦੀ ਗਰਮੀ ਕਾਰਨ ਕੁਈਨਜ਼ਲੈਂਡ ਸੂਬੇ ਦੀ ਸਰਕਾਰ ਪਾਵਰ ਕੱਟਾਂ ਤੋਂ ਬਚਣ ਲਈ ਬਿਜਲੀ ਦੀ ਬਚਤ ਕਰਨ ਦੀ ਐਡਵਾਈਜ਼ਰੀ ਜਾਰੀ ਕਰ ਰਹੀ ਹੈ। ਕੁਈਨਜ਼ਲੈਂਡ ਨੂੰ ਬਲੈਕਆਊਟ ਤੋਂ ਬਚਾਉਣ ਲਈ ਸਰਕਾਰ ਨੂੰ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵੱਖ-ਵੱਖ ਅਦਾਰਿਆਂ, ਸੰਸਥਾਵਾਂ ਨੂੰ ਇਸ ਬਾਰੇ ਈਮੇਲ ਭੇਜ ਕੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਜਿੰਨੀ ਹੋ ਸਕੇ ਬਿਜਲੀ ਦੀ ਬਚਤ ਕੀਤੀ ਜਾਵੇ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ ਤਰ੍ਹਾਂ ਦੇ ਕੰਪਿਊਟਰਸ ਦੀ ਸਕਰੀਨ ਨੂੰ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਅੱਜ ਭੇਜੀ ਗਈ ਇੱਕ ਈਮੇਲ ਵਿੱਚ ਰਾਜ ਦੇ ਪਬਲਿਕ ਵਰਕਸ ਅਤੇ ਹਾਊਸਿੰਗ ਵਿਭਾਗ ਨੇ ਸਟਾਫ ਲਈ ਦਿਸ਼ਾ ਨਿਰਦੇਸ਼ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਕੰਪਿਊਟਰ ਸਕਰੀਨਾਂ ਨੂੰ ਬੰਦ ਕਰਨ ਅਤੇ ਲੈਪਟਾਪ ਨੂੰ ਪਲੱਗ ਇਨ ਨਾ ਛੱਡਣ ਦੀ ਬੇਨਤੀ ਕੀਤੀ ਗਈ ਹੈ। ਕਰਮਚਾਰੀਆਂ ਨੂੰ ਪਰਦੇ ਜਾਂ ਬਲਾਈਂਡਸ ਨੂੰ ਬੰਦ ਕਰਨ, ਬੈਟਰੀ ਮੋਡ ਤੇ ਲੈਪਟਾਪ ਚਲਾਉਣ, ਇੱਕ ਪ੍ਰਿੰਟਰ ਨੂੰ ਛੱਡ ਕੇ ਸਾਰੇ ਬੰਦ ਕਰਨ, ਬੇਲੋੜੀਆਂ ਲਾਈਟਾਂ ਨੂੰ ਬੰਦ ਕਰਨ ਅਤੇ ਵੱਡੀਆਂ ਪ੍ਰਿੰਟ ਜੌਬਾਂ ਵਰਗੀਆਂ ਗਤੀਵਿਧੀਆਂ ਵਿੱਚ ਦੇਰੀ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਹਰ ਤਰੀਕੇ ਨਾਲ ਵੱਧ ਤੋਂ ਵੱਧ ਊਰਜਾ ਨੂੰ ਬਚਾਇਆ ਜਾ ਸਕੇ। ਈਮੇਲ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਕਿ ਸਰਕਾਰੀ ਮਾਲਕੀ ਵਾਲੀਆਂ ਜਾਂ ਲੀਜ਼ ਵਾਲੀਆਂ ਇਮਾਰਤਾਂ ਵਿੱਚ ਕੁਝ ਪ੍ਰਬੰਧਕ ਐਲੀਵੇਟਰ ਦੀ ਵਰਤੋਂ ਨੂੰ ਸਿਰਫ ਇੱਕ ਹੱਦ ਤੱਕ ਸੀਮਤ ਕਰਨ ਅਤੇ ਦਫ਼ਤਰ ਛੱਡਣ ਤੋਂ 30 ਮਿੰਟ ਪਹਿਲਾਂ ਆਪਣੇ ਏਸੀ ਬੰਦ ਕਰਨ। ਵਿਭਾਗ ਦੇ ਕਰਮਚਾਰੀਆਂ ਨੂੰ ਜ਼ਬਰਦਸਤੀ ਬਲੈਕਆਊਟ ਤੋਂ ਬਚਣ ਲਈ ਬੇਨਤੀਆਂ ਭੇਜੀਆਂ ਗਈਆਂ ਨੇ, ਪਰ ਈਮੇਲ ਵਿੱਚ ਜ਼ੋਰ ਦਿੱਤਾ ਗਿਆ ਕਿ ਕਰਮਚਾਰੀਆਂ ਦੀ ਆਰਾਮ, ਉਤਪਾਦਕਤਾ ਅਤੇ ਸੁਰੱਖਿਆ ਹਾਲੇ ਵੀ ਤਰਜੀਹ ਹੈ। ਅੱਜ ਅਤੇ ਕੱਲ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਦੇ ਉੱਪਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਸੂਬੇ ਦੇ ਵੱਡੇ ਹਿੱਸਿਆਂ ਲਈ 3 ਦਿਨਾਂ ਦੀ ਅਤਿਅੰਤ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਕਿ ਬ੍ਰਿਸਬੇਨ ਦਾ ਤਾਪਮਾਨ 37 ਡਿਗਰੀ ਤੱਕ ਪਹੁੰਚ ਸਕਦਾ ਹੈ ਅਤੇ ਗੈਟਨ ਦਾ ਤਾਪਮਾਨ 35 ਡਿਗਰੀ ਨੂੰ ਪਾਰ ਕਰ ਸਕਦਾ ਹੈ। ਦੱਖਣ ਪੂਰਬੀ ਕੁਈਨਜ਼ਲੈਂਡ ਵਿੱਚ ਕੱਲ 14,000 ਤੋਂ ਵੱਧ ਘਰਾਂ ਦੀ ਬਿਜਲੀ ਬੰਦ ਹੋ ਗਈ ਸੀ, ਕਿਉਂਕਿ ਉਪਨਗਰ ਵਿੱਚ ਤਾਪਮਾਨ ਵਧ ਗਿਆ ਸੀ। ਕੁਝ ਖੇਤਰਾਂ ਵਿੱਚ 40 ਡਿਗਰੀ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਜਿਸ ਕਾਰਨ ਬਿਜਲੀ ਬੰਦ ਹੋ ਗਈ। ਬਰਡਸਵਿਲੇ ਵਿੱਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਰੋਮਾ ਅਤੇ ਚਾਰਲੇਵਿਲ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਕਿ ਗਰਮੀ ਕਾਰਨ ਅੱਜ ਤੋਂ ਬਾਅਦ ਖਤਰਨਾਕ ਅਤੇ ਭਿਆਨਕ ਤੂਫਾਨ ਆ ਸਕਦੇ ਨੇ। ਇਸ ਬੁਲੇਟਿਨ 'ਚ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ। ਫਿਲਹਾਲ ਦਿਓ ਇਜਾਜ਼ਤ। ਧੰਨਵਾਦ।